ਜਿਹੜਾ ਡਿਟੈਕਸ਼ਨ ਹੈ ਉਹਦੇ ਅੱਗੇ 4 ਟਾਈਪਸ ਸੀਗੀਆਂ LRC, VRC, CRC ਐਂਡ ਚੈਕਸਮ। ਠੀਕ ਹੈ, ਤੁਸੀਂ ਗੱਲ ਕਰ ਰਹੇ ਹੋ ਮੇਰੇ ਖਿਆਲ ਨਾਲ VRC ਦੀ, ਮੈਨੂੰ ਪੁੱਛ ਰਹੇ ਹੋ ਨਾ। VRC ਦੀ ਗੱਲ ਕੀਤੀ। VRC ਦਾ ਮਤਲਬ ਕਿ ਠੀਕ ਹੈ ਵਰਟੀਕਲ ਰਿਡੰਡੈਂਸੀ ਚੈੱਕ। VRC ਵਰਟੀਕਲ ਰਿਡੰਡੈਂਸੀ ਚੈੱਕ ਦਾ ਮਤਲਬ ਕੀ ਹੈ? ਇਹਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ। ਰਿਡੰਡੈਂਸੀ ਮਤਲਬ ਹੁੰਦਾ ਡੁਪਲੀਕੇਸੀ, ਆਪਾਂ ਡੁਪਲੀਕੇਟ ਬਿਟ ਲਗਾਉਣੀ ਹੈ। ਇਹਦੇ ਵਿੱਚ ਤੁਸੀਂ ਸਿੰਪਲ ਇੱਕ ਯਾਦ ਰੱਖੋ, ਬਿਲਕੁਲ ਸਿੰਪਲ ਭਾਸ਼ਾ 'ਚ ਅਗਰ ਇਹਨੂੰ ਸਮਝਣਾ ਚਾਹੁੰਦੇ ਆਪਾਂ ਇੱਕੋ ਗੱਲ ਕਹਾਂਗੇ ਕਿ ਅਗਰ ਨੰਬਰ ਆਫ ਬਿਟਸ ਜਿਹੜੀਆਂ ਮੇਰੇ ਕੋਲ ਰਿਸੀਵ ਹੋ ਰਹੀਆਂ, ਆਪਾਂ ਪਹਿਲੇ ਡਿਸਾਈਡ ਕਰ ਲਿਆ ਇੱਧਰ ਸੈਂਡਰ ਬੈਠਾ, ਇੱਧਰ ਰਿਸੀਵਰ ਬੈਠਾ। ਠੀਕ ਹੈ, ਇਹਨੇ ਡਾਟਾ ਸੈਂਡਰ ਨੇ ਰਿਸੀਵਰ ਨੂੰ ਸੈਂਡ ਕੀਤਾ। ਅਸੀਂ ਪਹਿਲੇ ਡਿਸਾਈਡ ਕਰ ਲਿਆ ਕਿ ਅਸੀਂ ਜਿਹੜਾ ਹੈ ਨੰਬਰ ਆਫ 1 ਜਿਹੜੀਆਂ ਮਤਲਬ 1 ਬਿਟਸ ਨੂੰ ਆਪਾਂ ਗਿਣਾ, ਨੰਬਰ ਆਫ 1 ਬਿਟਸ ਕਿੰਨੀ ਹੈ। ਠੀਕ ਹੈ, ਅਸੀਂ ਕਹਿਣਾ ਕਿ ਨੰਬਰ ਆਫ 1 ਬਿਟਸ ਅਗਰ ਈਵਨ ਹੈ, ਠੀਕ ਹੈ, ਇਹਦਾ ਮਤਲਬ ਸਾਡਾ ਡਾਟਾ ਸਹੀ ਹੈ, ਅਗਰ ਔਡ ਹੈ ਤਾਂ ਸਹੀ ਹੈ। ਮਤਲਬ ਆਪਾਂ ਪਹਿਲੇ ਪ੍ਰੀ ਡਿਸਾਈਡ ਕਰ ਲਿਆ ਕਿ ਜੋ ਮੈਂ ਡਾਟਾ ਸੈਂਡ ਕਰਾਂਗਾ, ਮਤਲਬ ਸੈਂਡਰ ਅਤੇ ਰਿਸੀਵਰ ਨੇ ਦੋਨਾਂ ਨੇ ਮਿਊਚੁਅਲ ਅੰਡਰਸਟੈਂਡਿੰਗ ਪਹਿਲੇ ਹੀ ਉਹ ਕਰ ਲੈਂਦੇ ਆ ਕਿ ਜੋ ਅਸੀਂ ਡਾਟਾ ਸੈਂਡ ਕਰਾਂਗੇ ਉਹ ਈਵਨ ਫਾਰਮੈਟ 'ਚ ਹੀ ਹੋਊਗਾ, ਮਤਲਬ ਉਹ 'ਚ ਨੰਬਰ ਆਫ 1s ਜਿਹੜੇ ਹੋਣਗੇ ਈਵਨ ਹੀ ਹੋਣਗੇ। ਠੀਕ ਹੈ, ਔਰ ਜਿਹੜਾ ਜਾਂ ਫਿਰ ਉਹ ਇਹ ਡਿਸਾਈਡ ਕਰ ਲੈਂਦੇ ਆ ਕਿ ਆਪਾਂ ਜਿਹੜੇ ਨੰਬਰ ਆਫ 1s ਹੈ ਉਹ ਸਿਰਫ ਔਡ ਹੀ ਸੈਂਡ ਕਰਨੇ ਆ, ਆਪਾਂ ਈਵਨ ਸੈਂਡ ਕਰਨੇ ਹੀ ਨਹੀਂ। ਠੀਕ ਹੈ, ਮਤਲਬ ਉਹ ਇਹ ਚੀਜ਼ ਨੂੰ ਪਹਿਲੇ ਸੈੱਟ ਕਰ ਲੈਂਦੇ ਆ। ਠੀਕ ਹੈ, ਸੋ ਇਹਦੇ ਵਿੱਚ ਹੁੰਦਾ ਕੀ ਹੈ, ਸੈਂਡਰ ਜਿਹੜਾ ਹੈ ਇਹ ਕਹਿੰਦੇ ਆ ਇੱਕ ਐਕਸਟਰਾ ਬਿਟ ਲੈ ਲੈਂਦੇ। ਹੁਣ ਕਿਉਂਕਿ ਆਪਾਂ ਗੱਲ ਕੀ ਕਰ ਰਹੇ 0 ਜਾਂ 1 'ਚ, ਹੁਣ ਤੁਸੀਂ ਈਵਨ ਔਡ ਦਾ ਅਗਰ ਤੁਹਾਨੂੰ ਥਿਊਰਮ ਮਤਲਬ ਈਵਨ ਔਡ ਦਾ ਕੰਸੈਪਟ ਕਲੀਅਰ ਹੈ ਤਾਂ ਉਹਦੇ ਵਿੱਚ ਇੱਕੋ ਗੱਲ ਹੁੰਦੀ ਹੈ, ਅਗਰ 2 'ਚ +1 ਕਰ ਦੇਵਾਂ, ਮਤਲਬ ਇੱਕ ਬਿਟ ਦਾ ਖੇਲ ਹੁੰਦਾ, ਅਗਰ ਇੱਕ ਬਿਟ 1 ਕਰਦਾ ਪਲੱਸ ਕਰਦਾ ਤਾਂ ਇਹ ਔਡ ਬਣ ਜਾਏਗਾ। ਅਗਰ 2 ਦੇ ਵਿੱਚੋਂ ਇੱਕ ਮਾਈਨਸ ਕਰ ਦੇਵਾਂ ਤਾਂ ਇਹ ਕੀ ਬਣ ਜੂਗਾ, ਸੌਰੀ ਇਹਦੇ ਵਿੱਚੋਂ ਅਗਰ 0 ਮਾਈਨਸ ਕਰ ਦੇਵਾਂ ਤਾਂ ਇਹ ਕੀ ਰਹਿ ਜੂਗਾ, ਈਵਨ। ਠੀਕ ਹੈ, ਮਤਲਬ ਸਿਰਫ ਇੱਕ ਬਿਟ ਦੀ ਗੇਮ ਹੁੰਦੀ ਹੈ ਕਿ ਅਗਰ ਤੁਸੀਂ +1 ਕਰ ਦੋਗੇ ਤਾਂ ਉਹ ਮਤਲਬ 1 ਨੰਬਰ ਦਾ ਹੀ ਸਿਰਫ ਡਿਫਰੈਂਸ ਹੁੰਦਾ। ਠੀਕ ਹੈ, ਮੈਥਮੈਟੀਕਲੀ। ਸੋ ਉਹਦੇ ਲਈ ਇਹ ਕੀ ਕਰਦੇ ਆ, ਇਹ ਕਹਿੰਦੇ ਕਿ ਆਪਾਂ ਇੱਕ ਪੈਰਿਟੀ ਬਿਟ ਰੱਖ ਲੈਂਦੇ ਹਾਂ, ਮਤਲਬ ਇੱਕ ਬਾਕਸ ਅਲੱਗ ਤੋਂ ਰੱਖ ਲੈਂਦੇ ਹਾਂ। ਅਗਰ ਸਾਡੇ ਮਤਲਬ ਆਪਾਂ ਇਹਨੇ ਡਿਸੀਜਨ ਲੈ ਲਿਆ, ਹੁਣ ਮੰਨ ਲਓ ਇਹਨੇ ਡਿਸੀਜਨ ਲੈ ਲਿਆ ਕਿ ਆਪਾਂ ਈਵਨ ਪੈਰਿਟੀ ਯੂਜ਼ ਕਰਨੀ, ਕਿ ਆਪਾਂ ਈਵਨ ਨੰਬਰ ਆਫ ਬਿਟਸ ਹੀ ਸੈਂਡ ਕਰਨੀ ਆ। ਠੀਕ ਹੈ, ਸੈਂਡਰ ਨੇ ਜੋ ਵੀ ਡਾਟਾ ਸੈਂਡ ਕੀਤਾ, ਠੀਕ ਹੈ, ਉਹਨੇ ਸੈਂਡ ਕਰਨ ਤੋਂ ਪਹਿਲਾਂ ਪੈਰਿਟੀ ਚੈੱਕਰ ਨੂੰ ਸੈਂਡ ਕਰ ਦੇਣਾ। ਇਹ ਪੈਰਿਟੀ ਚੈੱਕਰ ਕੀ ਸੈਂਡ ਕਰੂਗਾ ਕਿ ਅਸੀਂ ਈਵਨ ਨੰਬਰ ਆਫ ਬਿਟਸ ਦੇ ਉੱਤੇ ਮਿਊਚੁਅਲ ਅੰਡਰਸਟੈਂਡਿੰਗ ਕੀਤੀ ਹੈ ਕਿ ਆਪਾਂ ਈਵਨ ਨੰਬਰ ਆਫ ਬਿਟਸ ਹੀ ਸੈਂਡ ਕਰਨੀਆਂ ਹੈ। ਹੁਣ ਆ ਪੈਰਿਟੀ ਚੈੱਕਰ ਕੀ ਕਰਦਾ, ਇਹ ਚੈੱਕ ਕਰਦਾ ਕਿ ਨੰਬਰ ਆਫ ਇਹਦੇ ਵਿੱਚ ਜੋ ਵੀ ਡਾਟਾ ਸੈਂਡ ਕੀਤਾ ਹੋਊਗਾ, ਮੰਨ ਲਓ ਡਾਟਾ ਨੇ ਸੈਂਡ ਕਰਤਾ 0 0 0 1 0 1 ਸਮਥਿੰਗ। ਠੀਕ ਹੈ, ਹੁਣ ਇਹਨੇ ਸਿਰਫ ਗਿਣਤੀ ਕਰਕੇ ਦੇਖਣੀ ਹੈ ਕਿ ਇਹ 'ਚ ਨੰਬਰ ਆਫ 1s ਕਿੰਨੇ, ਨੰਬਰ ਆਫ 1s ਕਿੰਨੇ ਆ ਗਏ 1 2 3। ਆਪਾਂ ਕੀ ਡਿਸਾਈਡ ਕੀਤਾ ਕਿ ਅਸੀਂ ਕੀ ਭੇਜਾਂਗੇ, ਈਵਨ ਨੰਬਰ ਆਫ ਬਿਟਸ। ਅਤੇ ਇਹ ਕੀ ਕਰੂਗਾ, ਲਾਸਟ ਦੇ ਵਿੱਚ ਜਿਹੜੀ ਪੈਰਿਟੀ ਬਿਟ ਹੈ, ਲਾਸਟ ਦੇ ਵਿੱਚ ਜਿਹੜੀ ਉਹਨੇ ਪੈਰਿਟੀ ਬਿਟ ਇੱਕ ਅਲੱਗ ਤੋਂ ਸੇਵ ਰੱਖੀ ਆ, ਉਹਨੂੰ ਕੀ ਮੰਨ ਲੈਣਾ 1। ਠੀਕ ਹੈ, ਕਿਉਂਕਿ ਅਗਰ ਇੱਥੇ ਨੰਬਰ ਆਫ 1 ਪਾਣਾ, ਟੋਟਲ ਕਿੰਨੇ ਹੋ ਗਏ 4 ਹੋ ਗਏ। ਇਹਦਾ ਮਤਲਬ ਈਵਨ ਪੈਰਿਟੀ ਹੀ ਆਪਾਂ ਸੈਂਡ ਕਰ ਰਹੇ ਹਾਂ। ਜਦੋਂ ਰਿਸੀਵਰ ਹੈ ਉਹਨੇ ਰਿਸੀਵ ਕਰਨਾ, ਉਹਨੇ ਸਾਰਾ ਪਹਿਲਾਂ ਗਿਣਤੀ ਕਰਨੀ A to Z ਜੋ ਵੀ ਉਹਨੂੰ ਰਿਸੀਵ ਹੋਇਆ। ਮੰਨ ਲਓ ਉਹਨੂੰ ਆਹ ਚੀਜ਼ ਰਿਸੀਵ ਹੋ ਗਈ ਸੇਮ ਐਜ਼ ਇਟ ਇਜ਼ ਜੋ ਆਪਾਂ ਸੈਂਡ ਕੀਤੀ ਹੈ। ਠੀਕ ਹੈ, ਐਜ਼ ਇਟ ਇਜ਼ ਸੈਂਡ ਕਰ ਦਿੱਤੀ, ਰਿਸੀਵ ਹੋ ਗਈ। ਹੁਣ ਇਹ ਚੈੱਕ ਕਰਨਾ ਨੰਬਰ ਆਫ 1s ਕਿੰਨੇ ਈਵਨ। ਇਹਦਾ ਮਤਲਬ ਆ ਜਿਹੜਾ ਡਾਟਾ ਹੈ ਇਸੇ ਸੈਂਡਰ ਕੋਲੋਂ ਮੈਨੂੰ ਮਿਲਿਆ। ਠੀਕ ਹੈ, ਔਰ ਅਗਰ ਇਹ ਈਵਨ ਹੈ ਤਾਂ ਉਹਨੇ ਲਾਸਟ ਬਿਟ ਫਿਰ ਚੈੱਕ ਕਰਨੀ। ਅਗਰ ਲਾਸਟ ਬਿਟ 1 ਹੈ ਤਾਂ ਇਹਦਾ ਮਤਲਬ ਇਹ ਐਕਸਟਰਾ ਐਡਡ ਹੈ। ਅਗਰ ਲਾਸਟ ਬਿਟ ਬਾਈ ਚਾਂਸ 0 ਹੁੰਦੀ ਤਾਂ ਵੀ ਇਹਦਾ ਮਤਲਬ ਇਹ ਐਕਸਟਰਾ ਐਡਡ ਹੈ। ਠੀਕ ਹੈ, ਬਸ਼ਰਤੇ ਪਹਿਲਾਂ ਈਵਨ ਨੰਬਰ ਹੋਣੇ ਚਾਹੀਦੇ। ਫੋਰ ਐਗਜ਼ਾਮਪਲ ਅਗਰ ਮੰਨ ਲਓ ਮੈਂ ਡਾਟਾ ਇਹ ਸੈਂਡ ਕਰਦਾ 0 0 0 1 0 1 0 0। ਠੀਕ ਹੈ, ਆਹ ਡਾਟਾ ਮੈਂ ਸੈਂਡ ਕਰ ਰਿਹਾ। ਹੁਣ ਇਸ ਕੇਸ 'ਚ 1 ਪਹਿਲੇ ਹੀ ਈਵਨ ਹੈ, ਆਲਰੇਡੀ ਈਵਨ ਹੈ। ਨੰਬਰ ਆਫ 1s ਕਿੰਨੇ 2। ਠੀਕ ਹੈ, ਸੋ ਆਪਾਂ ਲਾਸਟ ਬਿਟ ਕੀ ਭੇਜਾਂਗੇ 0। ਹੁਣ ਜਦੋਂ ਇਹਨੇ ਇੱਧਰ ਰਿਸੀਵ ਕਰਨਾ, ਇਹਨੇ ਪਹਿਲਾਂ ਦੇਖਣਾ ਜੋ ਵੀ ਇਹਨੂੰ ਐਜ਼ ਇਟ ਇਜ਼, ਮੰਨ ਲਓ ਆਪਾਂ ਹਾਂਜੀ ਕੁਛ ਐਰਰ ਨਹੀਂ ਮੰਨ ਰਹੇ, ਅਸੀਂ ਸਿਰਫ ਇਹਨੂੰ ਐਜ਼ ਇਟ ਇਜ਼ ਰਿਸੀਵ ਕਰ ਲਿਆ। ਇਹਨੇ ਕੀ ਦੇਖਣਾ ਨੰਬਰ ਆਫ 1s ਕਿੰਨੇ ਆ ਗਏ ਈਵਨ। ਇਹਦਾ ਮਤਲਬ ਮੈਨੂੰ ਜਿਹੜੇ ਸੈਂਡਰ ਨੇ ਡਾਟਾ ਭੇਜਣਾ ਸੀ ਉਹਨੇ ਹੀ ਭੇਜਿਆ, ਕਿਉਂਕਿ ਨੰਬਰ ਆਫ 1s ਮੇਰੇ ਕੋਲ ਈਵਨ ਹੈ। ਅਤੇ ਇਹਦਾ ਮਤਲਬ ਲਾਸਟ ਪੈਰਿਟੀ ਬਿਟ ਹੈ, ਉਹਨੂੰ ਇਹਨੇ ਰਿਮੂਵ ਕਰ ਦੇਣਾ। ਜੋ ਵੀ ਹੋਈ 1 ਹੋਈ 0 ਹੋਈ ਜੋ ਵੀ ਹੋਈ ਉਹਨੂੰ ਰਿਮੂਵ ਕਰ ਦੇਣਾ ਅਤੇ ਬਾਕੀ ਡਾਟਾ ਨੂੰ ਐਜ਼ ਇਟ ਇਜ਼ ਅਸੈਪਟ ਕਰ ਦੇਣਾ। ਹੁਣ ਇਹ 'ਚ ਪ੍ਰੋਬਲਮ ਸੁਣੋ, ਪ੍ਰੋਬਲਮ ਕੀ ਹੈ, ਮੰਨ ਲਓ ਆਹ ਡਾਟਾ ਸੈਂਡ ਕੀਤਾ, ਰਸਤੇ ਚੇਂਜ ਹੋ ਗਿਆ। ਰਸਤੇ 'ਚ ਕੀ ਹੋਇਆ 0 0 0, ਇਸ 1 ਦਾ ਬਣ ਗਿਆ 0। ਠੀਕ ਹੈ, ਆਹ ਵਾਲੇ 1 ਦਾ 0 ਬਣ ਗਿਆ, ਬਾਕੀ ਹੋ ਗਿਆ 0 1 0 1 1। ਹੁਣ ਜਦੋਂ ਇੱਧਰ ਇਹਨੇ ਗਿਣਤੀ ਕੀਤੀ, ਹੁਣ ਪਤਾ ਸਾਨੂੰ ਹੈ ਵੀ ਲਾਸਟ ਬਿਟ ਪੈਰਿਟੀ ਹੈ, ਪਰ ਆਪਾਂ ਉਹਨੂੰ ਰਿਮੂਵ ਕਰਕੇ ਡਾਟਾ ਰਿਸੀਵ ਨਹੀਂ ਕਰ ਰਹੇ ਸਿੱਧਾ। ਪਹਿਲੀ ਸ਼ਰਤ ਕੀ ਹੈ, ਆਪਾਂ ਇਹ ਚੈੱਕ ਕਰਨਾ ਕਿ ਈਵਨ ਹੈ ਜਾਂ ਨਹੀਂ ਹੈ। ਹੁਣ ਇੱਥੇ ਕੀ ਆ ਗਿਆ ਨੰਬਰ ਆਫ 1 ਔਡ ਆ ਗਏ, ਆਪਾਂ ਉਹਨੂੰ ਰਿਸੀਵ ਹੀ ਨਹੀਂ ਕਰਨਾ। ਅਸੀਂ ਕਹਿ ਦੇਣਾ ਕਿ ਐਰਰ ਹੈ, ਡਿਸਕਾਰਡ ਕਰਤਾ, ਦੁਬਾਰਾ ਸੈਂਡ ਕਰੋ। ਠੀਕ ਹੈ, ਜਦੋਂ ਆਹ ਤੁਸੀਂ ਡਾਟਾ ਸੈਂਡ ਕੀਤਾ, ਮੰਨ ਲਓ ਇਹਨੇ ਵਿੱਚ ਤੁਹਾਡਾ ਡਾਟਾ ਆ ਰਿਸੀਵ ਹੋ ਗਿਆ 0 ਦਾ, ਇਹ ਵਾਲੇ 0 ਤੋਂ 1 ਬਣ ਗਿਆ।
नंबर ऑफ वनस कितने हो गए ऑड तो आप डिसाइड किया नहीं सी, आप डिसाइड किया कि ईवन ही आएंगे, यदा मतलब आ डाटा गलत है, आप रिसीव ही नहीं करना, आप लास्ट बिट नूं ही रिसीव करांगे, लास्ट बिट नूं सॉरी डिस्कार्ड तो की करना, आप सारे डिस्कार्ड कर देना क्योंकि साढ़े को टोटल नंबर ऑफ वनस कितने है ऑड। सो मतलब कि आप पहले बारी डिसाइड कर लेना कि सानू जो नंबर ऑफ डाटा जो डाटा सानू आऊगा वो ईवन नंबर ऑफ वनस चाहूगा या ऑड नंबर ऑफ वनस चाहूगा, वो बेसिस पे असी पैरिटी बिट जी ऐड करते हैं या रिमूव करते हैं। ठीक है, बूलियन अलजैबरा। ठीक है, ये बेसिकली होंदा की है, ये मेनली अपने को तीन ऑपरेशंस होंगे है, प्लस डॉट या एक नॉट। ठीक है, प्लस का मतलब होंदा ऐड या इनू और भी कह देंगे, डॉट का मतलब होंदा मल्टीप्लाई या इनू एंड भी कह देंगे। ठीक है, इस बार का मतलब होंदा सिंपल नॉट। ठीक है, या कॉम्पलीमेंट भी इनू कई बार कह देंगे उल्टा। ठीक है, जो चीज़ है उस तो उल्टा कर दो। बूलियन अलजैबरा तुसीं मेनली याद की करना, जो तुसीं ट्रू फॉल्स के नाल डील करते हो, ये तुहाडे फिजिक्स वालियां भी पता होना, ट्रू या फॉल्स आपां कहने हैं। ट्रू नूं आपां 1 दे नाल रिप्रजेंट करते हैं, फॉल्स नूं आपां 0 दे नाल रिप्रजेंट करते हैं। फिजिक्स तुसीं पढ़दे हो शायद ऑन 1 नूं कहंदे आ ते ऑफ जिहड़ा है तुसीं 0 नूं कहंदे हो। ठीक है, बाकी दी थ्योरी हैगी है कि जॉर्ज बूल ने 1854 च इनू जिहड़ा है इनू डिवेलप किया सी। ठीक है, बूलियन अलजैबरा नूं। उस तो बाद इहदे विच कुछ टर्मिनोलॉजीज आपां यूज़ करते हैं। पहलां तो आपां नूं सैट ऑफ इनपुट्स पता होनी चाहिए कि साडे कोल इनपुट्स कितनियां है। फॉर एग्जाम्पल असी नॉर्मली 2 इनपुट्स दे नाल या ज़्यादा तो ज़्यादा 3 इनपुट्स दे नाल डील करते हैं। ठीक है, A B C आ साडे को 2 इनपुट्स हो गई या साडे को मैक्सिमम 3 इनपुट्स होंदियां। जिन्नियां भी इनपुट्स होंदियां उहदे आपां नूं कॉम्बीनेशनस बनाने पैंदे आ। ठीक है, किन्ने मैक्सिमम कॉम्बीनेशन हो सकते। हुण इहदे बूलियन अलजैबरा दे विच मैक्सिमम वैल्यू 0 ही होनी है, मिनिमम वैल्यू 1। बाइनरी लैंगुएज भी तुसीं कह सकते हो कि आपां मिनिमम वैल्यू 0 लैंदे आ, मैक्सिमम 1 लैंदे, इस तो इलावा होर कोई डिजिट तां आपां यूज़ नहीं करते। सो जदों तुहाडे कोल नंबर ऑफ इनपुट्स हो गई 2 तो तुसीं इहनूं किस नाल लिखोगे, A की वैल्यू अगर 0 है तो B की भी 0 है, A की वैल्यू अगर 0 है B की हो सकता 1 होवे। ठीक है, इस तो इलावा इन्हां दा होर कोई कॉम्बीनेशन नहीं बनता। हुण मान लो A की वैल्यू 1 है तो B की वैल्यू 0 हो सकती। ठीक है, अगर A की वैल्यू 1 है तो B की वैल्यू भी 1 हो सकती। ठीक है, इस तरह भी तुसीं इहनूं समझ सकते हो। ईवन कई रट्टा भी मार लेंदे कि पहलियां 2 0 जी, अगलियां 2 1, फिर 0 1 0 1 1, फिर 1 0 1 1। याद की रखना कि आप स्टार्ट कित्थों करना 0 तो। ठीक है, अगर तुसीं इहनूं थोड़ा जिहा होर मैथमैटिकली सोचोगे तो आ जिहड़ा 0 0 है ये न्यूमैरिक 0 नूं रिप्रजेंट करता है। आ जिहड़ा 0 1 है अगर तुसीं इस बाइनरी नूं डेसिमल च कन्वर्ट करोगे तो आ वाला न्यूमैरिक 1 नूं रिप्रजेंट करता है। ठीक है, कन्वर्जन आपां कीती सी, जिद्दां 0 1 है तो इनू 2 की पावर 0 नाल तुसीं मल्टीप्लाई कर दो, 2 रेज़ टू पावर 1 नाल मल्टीप्लाई कर दो, 0 का 0 रह गया। 2 रेज़ टू पावर 0 का मतलब 1 होंदा, 1 नूं 1 नाल मल्टीप्लाई करो, 1 प्लस करोगे तो 1। ठीक है, इस तरह आ वाला जिहड़ा है ये न्यूमैरिक 2 नूं रिप्रजेंट करता, आ वाला जिहड़ा है न्यूमैरिक 3 नूं रिप्रजेंट करता। ठीक है, इस तरह जो तुहाडा 3 इनपुट्स होंदियां तो ये कॉम्बीनेशन जोड़े है 8 बनते हैं। हुण उहदा फार्मूला की होंदा 2 रेज़ टू पावर n। ठीक है, अगर साढ़े को n इनपुट्स है तो वो बेसिस ते इन्ने कॉम्बीनेशनस बन सकते। जिद्दां हुण आप इत्ते अपने को 2 इनपुट्स सीगे तो 2 रेज़ टू पावर 2 कितना आ गया 4, साढ़े को 4 तरह के कॉम्बीनेशनस बने। या तुसीं जिवें मर्जी याद रख लो, आप 0 1 2 3 लिखना, उन्होंने बाइनरी च कन्वर्ट कर लेना, या अगर रट्टा मारना तुसीं रट्टा मार सकते हो कि डबल 2 बार 0 फिर 2 बार 1 फिर 0 1 0 1। ठीक है, मैं इस चीज़ को नहीं कहांगा भी तुसीं इहनूं रट्टा मारो, पर बैटर है तुसीं इहनूं माड़ा समझ लो, कोई ज़्यादा ये औखा नहीं है। ठीक है, उस तो बाद अगर 3 वैल्यूज़ है 2 रेज़ टू पावर आप 3 कर दें। ठीक है, सो ये मैक्सिमम कॉम्बीनेशन कितने बनते 8, यानी कि पहला हुण आपां ने गिणती कित्थों शुरू करनी 0 तो करनी है तो 7 तक जाना। ठीक है, हुण इहदी बाइनरी रिप्रजेंटेशन याद है तो वो लिख दिओ। जिद्दां आपां बाइनरी रिप्रजेंटेशन की करांगे 0 0 0 0 0 1 0 1 0। हुण इहनूं मैं सिंपल अपने ढंग नाल लिख रहा कि मैं इस तरह याद करना, वैसे तरीका भी यही है। अदरवाइज़ तुसीं इस तरह भी लिख सकते हो, ये भी मैं तुहानूं तरीका दस दिंदा। अदरवाइज़ जिद्दां आपां पहलां कीता सी कि A की वैल्यू अगर 0 है तो B की 0 हो सकती, A की अगर 0 है तो B की 1 हो सकती। हुण इत्थे कहना A भी 0 B 0 C 0, आ दोनों 0 तो A की वैल्यू 1 हो सकती। हुण आपां B नूं 1 सैट कर लिया। ठीक है, तो इत्थे भी हुण इहनूं इदां कर लवांगे भी आ दोनों सेम वैल्यूज़ रह गई, A चेंज कर रहे हैं इकल्ली। ठीक है, इस तरह भी तुसीं कर सकते हो। ठीक है, सो मैं हुण सिंपल कर रहा इहनूं, हुण इहनूं आपां 1 कर लैंदे
0 ठीक है। उस तो बाद 1 1 0 दैन 1 1 1 ठीक है। सो ये रिप्रजेंट बाइनरी ਨੂੰ ਕਿਵੇਂ ਕਰਦਾ 0 1 ਇੱਥੇ 3 ਆ ਜਾਊਗਾ ਆ 4 ਆ ਜਾਊਗਾ ਆ 5 ਆ ਜਾਊਗਾ ਆ 6 ਤੇ ਇਹ ਬਾਈਨਰੀ ਰਿਪਰੈਜ਼ੈਂਟੇਸ਼ਨ ਇਹਦੀ ਹੀ ਹੈ। ਰੱਟਾ ਮਾਰਨੇ ਵਾਲੇ ਕੀ ਕਰਦੇ ਆ ਹੁਣ ਇੱਥੇ ਆਪਾਂ ਜਿਹੜਾ 2 ਤੋਂ ਸ਼ੁਰੂ ਕੀਤਾ ਸੀ ਠੀਕ ਹੈ ਵੀ 2 ਵਾਰ 0 2 ਵਾਰ 1 ਕਿਉਂਕਿ ਆਪਾਂ ਨੂੰ ਮੈਕਸਿਮਮ ਆ ਹੀ ਰਹਿੰਦੀਆਂ ਜਿਹੜਾ ਤੁਸੀਂ CO ਪੜ੍ਹਨੀ ਮੈਕਸਿਮਮ ਜਾਂ 2 ਇਨਪੁਟਸ ਹੋਣਗੀਆਂ ਜਾਂ ਤੋਂ ਜਾਂ 3 ਹੋ ਜਾਂਦੀਆਂ ਠੀਕ ਹੈ। 4 ਵਾਲਾ ਬਹੁਤ ਘੱਟ ਆਉਂਦਾ ਹੈ ਤੇ ਅਗਰ 4 ਵਾਲਾ ਵੀ ਆ ਗਿਆ ਤੇ ਉਸ ਕੇਸ 'ਚ ਫਿਰ ਰੱਟੇ ਦਾ ਤਾਂ ਮੈਨੂੰ ਯਾਦ ਨਹੀਂ ਪਰ ਉਸ ਕੇਸ ਵੀ ਅਗਰ ਤੁਸੀਂ 0 ਤੋਂ ਸ਼ੁਰੂ ਕਰੋਗੇ ਤਾਂ 0 ਤੋਂ ਲੈ ਕੇ 15 ਤੱਕ ਤੁਸੀਂ ਰਿਪਰੈਜ਼ੈਂਟ ਕਰ ਸਕਦੇ ਹੋ ਠੀਕ ਹੈ। ਹੁਣ ਇਹਨੂੰ ਅਗਰ ਤੁਸੀਂ ਰੱਟਾ ਮਾਰਨਾ ਤਾਂ ਇਹਦਾ ਕੀ ਹੁੰਦਾ ਪਹਿਲੀ ਵਾਰੀ 4 0 ਆ 4 1 ਫਿਰ 2 0 ਆ 2 1 2 0 2 1 ਦੈਨ 1 0 1 1 ਸ਼ੁਰੂ 0 ਤੋਂ ਹੀ ਕਰਨਾ ਬਸ ਇਹ ਯਾਦ ਰੱਖਣਾ। ਕਈ ਨੂੰ ਉਲਟਾ ਲਿਖ ਲੈਂਦੇ ਆ ਮਤਲਬ 1 ਤੋਂ ਸ਼ੁਰੂ ਕਰਦੇ ਉਹ ਗਲਤ ਹੁੰਦਾ ਤੁਸੀਂ ਕੋਸ਼ਿਸ਼ ਕਰੋ 0 ਤੋਂ ਹੀ ਸਟਾਰਟ ਕਰਨਾ ਠੀਕ ਹੈ ਤਾਂ ਕਿ ਤੁਹਾਡੇ ਬਾਕੀ ਜਿਹੜੇ ਲੌਜਿਕਸ ਹੋਣ ਐਜ਼ ਇਟ ਇਜ਼ ਹੋ ਰਹਿਣ ਉਹ 'ਚ ਕੋਈ ਜ਼ਿਆਦਾ ਫਰਕ ਨਾ ਪਵੇ ਠੀਕ ਹੈ। ਇਹ ਹੁੰਦੇ ਕੰਬੀਨੇਸ਼ਨਸ। ਇਹ ਫਿਲਹਾਲ ਆਪਾਂ ਸਿਰਫ ਕੰਬੀਨੇਸ਼ਨ ਦੀ ਗੱਲ ਕੀਤੀ ਕਿ ਅਗਰ ਨੰਬਰ ਆਫ ਇਨਪੁਟਸ ਤੁਹਾਡੇ ਕੋਲ ਇੰਨੇ ਹੈ ਤਾਂ ਉਹਦੇ ਮੈਕਸਿਮਮ ਕੰਬੀਨੇਸ਼ਨਸ ਆ ਬਣਦੇ ਆ ਠੀਕ ਹੈ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਟਰਮੀਨੋਲੋਜੀ ਆਉਂਦੀ ਟਰੁਥ ਟੇਬਲ ਦੀ। ਟਰੁਥ ਟੇਬਲ ਦਾ ਮਤਲਬ ਕੀ ਹੈ ਜੋ ਤੁਸੀਂ ਆਪਰੇਸ਼ਨਸ ਕਰ ਰਹੇ ਹੋ ਹੁਣ ਆਪਾਂ ਜਦੋਂ ਆਪਰੇਸ਼ਨਸ ਪੜ੍ਹੇ 3 ਔਰ ਜਾਂ ਪਲੱਸ ਜਿਹਨੂੰ ਕਹਿੰਦੇ ਆ ਡਾਟ ਐਂਡ ਨੂੰ ਕਹਿੰਦੇ ਆ ਤੇ ਨੋਟ ਉਲਟਾ ਨੂੰ ਕਹਿੰਦੇ ਠੀਕ ਹੈ। ਕੰਪਲੀਮੈਂਟ ਜਾਂ ਨੋਟ ਕਹਿੰਦੇ ਇਹਨੂੰ ਠੀਕ ਹੈ। ਹੁਣ ਆਪਾਂ ਪਹਿਲਾਂ ਨੋਟ ਵਾਲਾ ਸਿੰਪਲ ਹੀ ਕਰ ਲੈਣਾ। ਨੋਟ ਦਾ ਮਤਲਬ ਹੁੰਦਾ ਉਸ ਤੋਂ ਆਪੋਜ਼ਿਟ ਇਹਦਾ ਟਰੁਥ ਟੇਬਲ ਬਣਦਾ ਹੈ ਮਤਲਬ ਹੁਣ A ਮੰਨ ਲਓ ਇਨਪੁਟ ਹੈ ਕਿਉਂਕਿ ਨੋਟ ਦੇ ਵਿੱਚ ਇੱਕੋ ਹੀ ਆਪਰੈਂਡ ਹੋਣਾ ਚਾਹੀਦਾ ਸੋ ਇੱਕੋ ਹੀ ਆਪਰੈਂਡ ਸਾਡੇ ਕੋਲ E ਹੈ। ਅਗਰ ਇਹਦੀ ਵੈਲਿਊ 0 ਹੈ ਤੇ A ਦੀ ਬਾਰ A ਦਾ ਆਪਰੇਸ਼ਨ ਹੋ ਗਿਆ ਉਲਟਾ ਹੋ ਜਾਣਾ। ਅਗਰ 0 ਹੈ ਤੇ ਇਹਦੀ ਆਊਟਪੁੱਟ ਕੀ ਆਏਗੀ 1 ਅਗਰ ਇਹਦੀ ਇਨਪੁਟ 1 ਹੈ ਤੇ ਆਊਟਪੁੱਟ ਕੀ ਆਊਗੀ 0 ਠੀਕ ਹੈ। ਜਿਵੇਂ ਹੁਣ ਪਲੱਸ ਹੈ ਤੇ ਪਲੱਸ ਕੀ ਕਰਦਾ ਦੋ ਵੈਲਿਊਜ਼ ਨੂੰ ਪਲੱਸ ਕਰਦਾ ਤੇ ਆਪਣੇ ਕੋਲ ਹੈ A ਤੇ B A ਪਲੱਸ B ਆਪਾਂ ਇਹਦੀ ਆਊਟਪੁੱਟ ਲੱਭਣੀ ਹੈ ਤੇ ਸਾਡੇ ਕੋਲ ਕਿੰਨੇ ਤਰ੍ਹਾਂ ਦੇ ਕੰਬੀਨੇਸ਼ਨਸ ਹੋ ਸਕਦੇ ਉਹ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ 0 0 0 1 1 0 ਦੈਨ 1 1 ਠੀਕ ਹੈ। ਸੋ ਜਦੋਂ ਪਲੱਸ ਕਰੋਗੇ ਇਹਦਾ ਹੁਣ ਤੁਸੀਂ ਯਾਦ ਕਰ ਸਕਦੇ ਹੋ ਵੈਸੇ ਤੁਹਾਨੂੰ ਇਹ ਰੂਲ ਹੈ ਇਹ ਤੁਹਾਨੂੰ ਯਾਦ ਹੀ ਕਰਨੇ ਪੈਣੇ ਆ 0 ਤੇ 0 ਇਹਦਾ ਆਊਟਪੁੱਟ ਹਮੇਸ਼ਾ 0 ਆਉਂਦੀ ਹੈ ਠੀਕ ਹੈ। 0 1 ਇਹਦਾ ਮਤਲਬ ਅਗਰ ਤੁਸੀਂ ਟੈਕਨੀਕਲੀ ਪੜ੍ਹਨਾ ਚਾਹੁੰਦੇ ਹੋ ਇਹ ਤੁਹਾਡੀ ਬੁੱਕ 'ਚ ਵੈਸੇ ਥਿਊਰੀ ਦਿੱਤੀ ਹੋਈ ਹੈ। ਇਹਦਾ ਮਤਲਬ ਹੁੰਦਾ ਕਿ ਇਹਦੀ ਆਊਟਪੁੱਟ A ਪਲੱਸ B ਦੀ ਆਊਟਪੁੱਟ ਜਿਹੜੀ ਹੈ ਇਟ ਵਿਲ ਬੀ 1 ਇਫ ਐਨੀ ਆਫ A ਔਰ B ਇਜ਼ 1 ਮਤਲਬ ਇਹਨਾਂ ਦੇ ਵਿੱਚੋਂ ਅਗਰ ਇੱਕ ਵੀ ਵੈਲਿਊ 1 ਹੈ ਅਗਰ ਇੱਕ ਵੀ ਔਨ ਹੋ ਗਿਆ ਤੇ ਆਊਟਪੁੱਟ ਫਾਈਨਲੀ ਆਊਟਪੁੱਟ ਵੀ ਔਨ ਹੀ ਆਊਗੀ ਯਾਨੀ ਕਿ 1 ਹੀ ਆਊਗੀ। ਸੋ ਇੱਕ ਵਾਰੀ 1 ਦੇਖਣਾ ਇਹ 'ਚ ਵੀ ਇੱਕ ਵਾਰੀ 1 ਹੈ ਇਹਦੇ 'ਚ ਵੀ ਇੱਕ ਵਾਰੀ 1 ਹੈ ਇਹ 'ਚ ਦੋਨੇ ਵਾਰੀ 1 ਹੈ ਤੇ ਇਹਦੀ ਆਊਟਪੁੱਟ 1 ਹੈ ਮਤਲਬ ਇਹਨੂੰ ਜਦੋਂ ਆਪਾਂ ਰੂਲ ਦੇ ਅਕੋਰਡਿੰਗ ਲਿਖਦੇ ਹਾਂ ਤੇ ਉਦੋਂ ਇਹ ਇਸ ਤਰ੍ਹਾਂ ਲਿਖਦੇ ਕਿ A the output of A plus B will be 1 if any of A or B is 1 ਠੀਕ ਹੈ। ਤੇ ਅਗਰ ਡਾਟ ਦੀ ਗੱਲ ਕਰਦੇ ਤਾਂ ਇਹਦਾ ਆਹ ਰੂਲ ਹੁੰਦਾ ਹੈ A B ਉਸ ਤੋਂ ਬਾਅਦ A ਡਾਟ B ਕਰੋਗੇ ਤੁਸੀਂ ਠੀਕ ਹੈ। 0 0 ਇਹ ਕੰਬੀਨੇਸ਼ਨਸ ਹੁਣ ਆਪਾਂ ਲਿਖਣ ਲੱਗੇ 0 1 1 0 ਦੈਨ 1 1 ਠੀਕ ਹੈ। ਹੁਣ ਇਹਦੀ ਆਊਟਪੁੱਟ ਕੀ ਕਹਿੰਦੇ ਆ ਇਹਦੀ ਆਊਟਪੁੱਟ A ਡਾਟ B will produce output 1 if both are 1 ਮਤਲਬ ਅਗਰ ਦੋਨੋਂ 1 ਹੈ ਤਾਂ ਹੀ ਅਸੀਂ ਇਹਨੂੰ 1 ਮੰਨਦੇ ਹਾਂ ਮਤਲਬ ਇਹਨੂੰ ਹੁਣ ਤੁਸੀਂ ਇਹਦਾ ਆਊਟਪੁੱਟ ਇੱਥੇ 1 ਆਊਗੀ ਬਾਕੀ ਸਾਰੇ 0 ਹੀ ਰਹਿ ਜਾਣੇ ਕਿਉਂਕਿ ਇੱਥੇ ਦੋਨੇ 1 ਨਹੀਂ ਹੈ ਇੱਥੇ ਵੀ ਦੋਨੇ 1 ਨਹੀਂ ਹੈ ਇੱਥੇ ਵੀ ਦੋਨੋਂ 1 ਨਹੀਂ ਹੈ। ਮੋਸਟਲੀ ਤੁਹਾਡੇ ਇਹਨਾਂ ਦੇ ਉੱਤੇ ਹੀ ਸਾਰਾ ਜਿਹੜਾ ਬੂਲੀਅਨ ਜ਼ੈਬਰਾ ਉਹ ਡਿਪੈਂਡ ਕਰਦਾ ਹੈ ਕਿਉਂਕਿ ਆਹ ਐਂਡ ਔਰ ਨੋਟ ਗੇਟ ਹੈ ਅੱਗੇ ਇਹ ਵੀ ਆਪਾਂ ਐਕਸਪਲੇਨ ਕਰਨੇ ਆ ਇਹਦੇ ਬੇਸਿਸ ਦੇ ਉੱਤੇ ਹੀ ਤੁਹਾਡਾ ਸਾਰੇ ਜਿਹੜੇ ਆਪਰੇਸ਼ਨਸ ਹੁੰਦੇ ਉਹ ਹੋ ਜਾਂਦੇ ਬੇਸਿਕ ਆਪਰੇਸ਼ਨਸ ਇਹੀ ਹੈ ਠੀਕ ਹੈ। ਬੇਸਿਕਲੀ ਆਪਾਂ 3 ਹੀ ਯਾਦ ਕਰਦੇ ਹਾਂ ਨੋਟ ਔਰ ਐਂਡ ਠੀਕ ਹੈ। ਇਹ ਯਾਦ ਕਰ ਲੈਣਾ ਇਹ ਯਾਦ ਵੀ ਹੋ ਜਾਂਦਾ ਕੋਈ ਜ਼ਿਆਦਾ ਔਖਾ ਨਹੀਂ ਹੈ ਸਿਰਫ ਤੁਸੀਂ ਪਲੱਸ ਦੇ ਵਿੱਚ ਇਹ ਯਾਦ ਰੱਖਣਾ ਕਿ ਕੋਈ ਇੱਕ 1 ਹੋਣਾ ਚਾਹੀਦਾ ਤੇ ਡਾਟ ਦੇ ਵਿੱਚ ਤੁਸੀਂ ਯਾਦ ਰੱਖਣਾ ਕਿ ਦੋਨੋਂ 1 ਹੋਣੇ ਚਾਹੀਦੇ ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈ ਤੁਹਾਡਾ ਇਹਦੀ ਥੋੜ੍ਹੀ ਜਿਹੀ ਇੱਕ ਆਪਰੇਸ਼ਨਸ ਆਪਾਂ ਦੇਖ ਲੈਂਦੇ ਹਾਂ ਇਹ ਮੈਥਾਮੈਟੀਕਲੀ ਹੈ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰਾਂਗਾ ਇਹ ਜਿੱਦਾਂ ਜਿੱਦਾਂ ਲੋੜ ਪੈਂਦੀ ਰਹੂਗੀ ਉੱਦਾਂ ਦਾ ਆਪਾਂ ਐਕਸਪਲੇਨ ਕਰ ਲਾਂਗੇ। ਬੁੱਕ ਦੇ ਉੱਤੇ ਟੇਬਲ ਬਣਿਆ ਹੋਇਆ 4.3 ਪੇਜ ਦੇ ਉੱਤੇ ਇੱਕ ਟੇਬਲ ਬਣਿਆ ਹੋਇਆ ਉਹਦੇ ਵਿੱਚ ਕੁਛ ਲਾਜ਼ ਹੁੰਦੇ ਆ ਆਈਡੈਂਟੀਟੀ ਲਾਅ ਠੀਕ ਹੈ। ਜਿਹੜੇ ਮੈਥਾਮੈਟਿਕਸ ਵਾਲੇ ਹੈ ਉਹਨਾਂ ਨੂੰ ਥੋੜ੍ਹਾ ਛੇਤੀ ਯਾਦ ਹੋ ਜਾਣੇ ਆ ਹੋ ਸਕਦਾ ਉਹਨਾਂ ਨੂੰ ਆਉਂਦੇ ਵੀ ਹੋਣ ਤੇ ਅਦਰਵਾਈਜ਼ ਤੁਹਾਨੂੰ ਇਹ ਸਾਰੇ ਯਾਦ ਕਰਨ ਦੀ ਲੋੜ ਨਹੀਂ ਹੈ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਕੁਛ ਯਾਦ ਕਰਨੇ ਹੋਣਗੇ ਕਰ ਲਿਓ ਵੈਸੇ ਇਹ ਨਹੀਂ ਆਉਂਦਾ ਇਹਦਾ ਕੋਈ ਨਾ ਕੋਈ ਜਾਂ ਤਾਂ ਸਮ ਆਉਂਦਾ ਹੈ ਜਾਂ ਮੋਸਟਲੀ ਇਹਦਾ ਅੱਗੇ ਯੂਜ਼ ਹੈ ਮਤਲਬ ਜਿਹੜੇ ਆਪਾਂ ਅੱਗੇ ਹਾਫ ਐਡਰ ਫੁੱਲ ਐਡਰ ਡਿਕੋਡਰ ਇਨਕੋਡਰ ਪੜ੍ਹਨੇ ਆ ਉੱਥੇ ਆਹ ਚੀਜ਼ਾਂ ਯੂਜ਼ ਹੋਣੀਆਂ ਇਸ ਕਰਕੇ ਮੈਂ ਸਿਰਫ ਉਨੀ ਕੀ ਦੱਸ ਰਿਹਾ ਜਿੰਨੀ ਕੁ ਆਪਾਂ ਨੂੰ ਲੋੜ ਹੈ ਯਾਦ ਕਰਨੇ ਦੀ। ਜਿਵੇਂ ਆਈਡੈਂਟੀਟੀ ਲਾ ਇਹ ਕੀ ਕਹਿੰਦਾ ਕਿ ਅਗਰ A+0 ਕਰੋ ਜੇ ਤਾਂ ਨੋਰਮਲ ਮੈਥਮੈਟਿਕਸ ਵੀ ਪੜ੍ਹੋਗੇ ਤਾਂ A+0 ਕੀ ਹੁੰਦਾ A ਓਨਾ ਹੀ ਰਹਿ ਜਾਂਦਾ
ठीक है। ए नूं तुसीं 1 नाल मल्टीप्लाई करो तो ए ही रह जाता, ठीक है। ये आइडेंटिटी लॉ है। इस तरह कॉम्पलीमेंट लॉ है। कॉम्पलीमेंट लॉ की है हुण ए प्लस ए नॉट दोनों अगर तुसीं प्लस करोगे तो यदा आंसर 1 आऊगा। हुण तुसीं इहदी कोई भी इनपुट एज्यूम कर सकते हो। मान लो ए की वैल्यू है 0, ए की वैल्यू तुसीं एज्यूम 0 कर लो तो ए नॉट की हो जाना उस तो उल्टा। तो 0 तो 1 नूं जदों आपां प्लस करते हैं तो आंसर की आंदा तुसीं इत्थों देख सकते हो। आही टेबल यूज होया, तुहाडा की आ गया 1, ठीक है। हुण जदों इहनूं इस ढंग नाल लिखदे आपां ए डॉट ए बार, ठीक है। सो ए की वैल्यू अगर 0 है तो ए बार की वैल्यू की होनी 1। अल्टीमेटली दोनों एक दूजे तो उल्टे होने हैं। जो उल्टे होने तो यह मतलब एटलीस्ट एक ही 1 रहूगा, दोनों 1 कभी होने नहीं। यदा मतलब यदा आंसर हमेशा की आऊगा 0, ठीक है। इनू कहते कॉम्पलीमेंट लॉ। इदा इन्होंने काफ़ी लॉ दिते हुए, ये कॉम्पलीमेंट लॉ हो गया, ठीक है। उस तो बाद इन्होंने क्यूमिटेटिव लॉ दिता हुआ, सिंपल ही होंगे है क्यूमिटेटिव लॉ। यदा मतलब की है कि तुसी ए चाहे बी प्लस करो चाहे तुसी बी च ए प्लस करो आंसर सेम आऊगा। ए नूं चाहे बी नाल मल्टीप्लाई कर दो चाहे बी डॉट ए कर दो आंसर जिहड़ा हमेशा सेम आऊगा, ठीक है। इस तरह एसोसीएटिव लॉ होंदा है, ठीक है। एसोसीएटिव लॉ ये की होंदा कि ब्रैकेट का आपां यूज़ करते हैं, ठीक है। ए प्लस बी प्लस सी। हुण पहला तुसीं चाहे बी प्लस सी करके ए च ऐड कर दो, चाहे तुसीं ए प्लस बी पहला ऐड कर लो फिर तुसीं सी च कर दो, तां भी आउटपुट जिहड़ी सेम ही आऊगी। या तुसीं ए डॉट बी डॉट सी इस तरह कर लो, या तुसीं कर लो ए डॉट बी डॉट सी कर लो, आउटपुट जो सेम आऊगा। इनू आप कह दें एसोसीएटिव ला, ठीक है। इस तरह डिस्ट्रीब्यूटिव ला है। डिस्ट्रीब्यूटिव ला थोड़ा जिहा टैक्नीकल हो जाता। डिस्ट्रीब्यूटिव ला का की मतलब है कि अगर ए डॉट इस तरह है, ठीक है। सो मैथमैटिकली तो तुसीं की करोगे, अगर तुहानूं मैथमैटिक्स से सवाल पूछा जाए तुसीं करोगे, तुसीं इत्थे बॉड मास लगाते हो। बॉड मास का मतलब कि तुसीं बी डॉट सी नूं मल्टीप्लाई कर दोगे, अगर मैथमैटिक्स के अकॉर्डिंग चलीए जो वैल्यू आऊगी उन्होंने तुसीं ये प्लस कर दोगे। पर ये बूलियन अलजैबरा है, सो इत्थे चेंज हो जाता। डिस्ट्रीब्यूट मतलब आ प्लस तुसीं अंदर डिस्ट्रीब्यूट करना। सो तुसीं ए वाले प्लस के नाल पहला बी करो, मतलब इस प्लस नूं तुसीं अंदर लै गए, दैन डॉट तुसीं बाहर लगाता, फिर दोबारा ए प्लस सी, इनू इस तरह, ठीक है। नॉर्मली आ चीज़ जिहड़ी है तुहानूं इधर सौखी लगूगी। आ मैथमैटिक्स है, तुसीं मैथमैटिक्स आ चीज़ जरूर कर दिओ कि अगर इदा लिखा हो 2 + 4 = 6 तो 2 पहले इन्ना मल्टीप्लाई इन्ना कर दो, या x + y + z तुसीं इदा कर दो x y + xz, ये चीज़ तुसीं कर दो नॉर्मली कर दो। वो चीज़ तुहानूं इत्थे सही लगूगी। तुसीं आपां कर रहे a डॉट b + a डॉट c, आ इत्थे तुहानूं सही लग रही होगी। पर इत्थे थोड़ा जिहा ये अजीब है क्योंकि ये बूलियन अलजैबरा है। फिर तुसीं प्लस नूं भी अंदर इस तरह कर दो, ठीक है। इत्थे बॉड मास नहीं लगाना, इत्थे बूलियन अलजैबरा लगाना, ठीक है। सो इस तरह के काफ़ी अंदर लॉ हैगे आ, तुसीं वो सारे लॉ देख सकते हो। एक लास्ट डी मॉर्गन लॉ जिहड़ा है वो थोड़ा इंपॉर्टेंट होंदा है। ए प्लस बी अगर सारे के उपर बार दे दोगे, बार का मतलब उल्टा, ठीक है। हुण ए का उल्टा हो गया ए बार। हुण प्लस का उल्टा की होंदा डॉट, प्लस का उल्टा होंदा डॉट। ये एक दूजे ने कॉम्पलीमेंट करते हैं। तुसीं जिहदा आउटपुट भी देखोगे इन्हां दी जिहड़ी एक दूजे ने उल्टा करते हैं, ठीक है। तुसीं इनू सिंपल इन्ना याद रखो कि अगर प्लस का कॉम्पलीमेंट किया तो वो प्रोडक्ट बन जाऊगा, अगर प्रोडक्ट का कॉम्पलीमेंट किया तो प्लस कर दूगा, ठीक है। सो ए का बार डॉट बी का उल्टा इस तरह, ठीक है। बाई चांस अगर तुहानूं इस तरह लिख दिता होया ए डॉट बी का बार तो यानी कि ए का उल्टा, ठीक है। डॉट का हो जाना प्लस इस तरह, ठीक है। अगर ए की बार का बार कर दईए मतलब ए का कॉम्पलीमेंट होता फिर कॉम्पलीमेंट का दोबारा ए ही आ जाता होंदा। इस तरह के छोटे छोटे रूल्स है ये बुक के दिते हुए, तुसीं थोड़ा जिहा इन्हां नूं देख लेना, ज़्यादा जिन्ना जिन्होंने समझ आता। बाकी जो इसका यूज़ आऊगा तुहाडे अगे हाफ एडर या फुल एडर उस वेले मैं तुहानूं पूरा एक्सप्लेन कर दिया करांगा। अदरवाइज़ अगर मैं ज़्यादा एक्सप्लेन किया मैथमैटिक्स ही बन जाना तो उसका फायदा कोई नहीं होना। आपां जदों तुहाडा इहदा हाफ एडर या फुल एडर जी एक्चुअल जो यूज़ आऊगा क्योंकि आपां उत्थे इन्हां चीज़ां नूं यूज़ करना है, ठीक है। तो उस वेले मैं तुहानूं इहनूं चंगी तरह एक्सप्लेन कर देवांगा। ये प्रूफ भी वैसे बुक च दिते हुए हैं, वो भी तुसीं देख सकते हो, ठीक है। जिन्होंने मैथमैटिक्स इंटरस्ट है वो अपने प्रूफ भी उतों देख सकते हैं तो उन्होंने कर भी सकते हैं। उस तो बाद एक आता फंक्शनस, ठीक है। फंक्शनस का मतलब की है कि अगर साडे को n इनपुट्स है तो वो कितने फंक्शनस बनते, मतलब वो उत्ते किन्ने तरह के तुसीं ऑपरेशनस कर सकते हो। तो उसका फॉर्मूला होंदा है 2⁻², n, ठीक है। ये फॉर्मूला है कि अगर तुहाडे को मान लो 2 इनपुट्स है, ठीक है, 2 इनपुट्स है
ਤਾਂ ਉਹਦੇ ਉੱਤੇ ਟੋਟਲ ਫੰਕਸ਼ਨਸ ਕਿੰਨੇ ਹੋਣਗੇ 2 ਰੇਜ਼ ਟੂ ਪਾਵਰ 2 ਬ੍ਰੈਕਟ 2 ਤੁਸੀਂ ਇਹਨੂੰ ਮਲਟੀਪਲਾਈ 2 2 ਦਾ 4 4 ਦੀ ਪਾਵਰ 2 4 4 ਦਾ 16 ਮਤਲਬ ਉਹਦੇ ਉੱਤੇ 16 ਤਰ੍ਹਾਂ ਦੇ ਫੰਕਸ਼ਨਸ ਜਿਹੜੇ ਹੈ ਉਹ ਅਪਲਾਈ ਹੋ ਸਕਦੇ। ਇਹ ਫਿਲਹਾਲ ਸਿਰਫ ਇੱਕ ਰੂਲ ਜਿਹਾ ਯਾਦ ਰੱਖੋ, ਇਹ ਐਨਕੋਡਰ ਜਾਂ ਡਿਕੋਡਰ ਦੇ ਵਿੱਚ ਇਹ ਯੂਜ਼ ਹੁੰਦਾ ਅਤੇ ਉੱਥੇ ਆਪਾਂ ਇਹਦੀ ਗੱਲ ਕਰ ਲਵਾਂਗੇ। ਠੀਕ ਹੈ, ਫੰਕਸ਼ਨਸ ਤੁਸੀਂ ਯਾਦ ਰੱਖਣੇ ਕਿ ਅਗਰ ਤੁਹਾਡੇ ਕੋਲ n ਇਨਪੁਟਸ ਹੈ ਤਾਂ ਉਹਦੇ ਉੱਤੇ ਕਿੰਨੇ ਫੰਕਸ਼ਨਸ ਹੋ ਸਕਦੇ 2 ਰੇਜ਼ ਟੂ ਪਾਵਰ 2 ਦੀ ਪਾਵਰ n। ਠੀਕ ਹੈ, ਇਸ ਤੋਂ ਇਲਾਵਾ ਇੱਕ ਮਿਨ ਟਰਮ ਅਤੇ ਮੈਕਸ ਟਰਮ ਦਾ ਵੀ ਕੰਸੈਪਟ ਜਿਹੜਾ ਹੈ ਉਹ ਯੂਜ਼ ਹੁੰਦਾ ਹੈ। ਠੀਕ ਹੈ, ਜਿਹਨੂੰ ਆਪਾਂ ਪ੍ਰੋਡਕਟ ਆਫ ਸਮ ਜਾਂ ਸਮ ਆਫ ਪ੍ਰੋਡਕਟ ਵੀ ਕਹਿੰਦੇ ਹਾਂ। ਇਹਨੂੰ ਆਪਾਂ ਕਹਿੰਦੇ ਹਾਂ ਮਿਨ ਟਰਮਸ ਹੋਣਗੀਆਂ ਤੁਹਾਡੀਆਂ ਸਮ ਆਫ ਪ੍ਰੋਡਕਟ। ਠੀਕ ਹੈ, ਸਮ ਆਫ ਪ੍ਰੋਡਕਟ ਅਤੇ ਮੈਕਸ ਟਰਮ ਹੁੰਦੀਆਂ POS ਪ੍ਰੋਡਕਟ ਆਫ ਸਮ। ਠੀਕ ਹੈ, ਮੈਂ ਇੱਕ ਵਾਰੀ ਦੇਖ ਲੈਣਾ, ਵੈਸੇ ਕਈ ਵਾਰੀ ਕਨਫਿਊਜ਼ਨ ਹੁੰਦੀ ਹੈ ਇਹਦੇ ਵਿੱਚ। ਪ੍ਰੋਡਕਟ ਆਫ ਮੈਕਸ ਟਰਮ, ਠੀਕ ਹੈ, ਪ੍ਰੋਡਕਟ ਆਫ ਸਮ। ਠੀਕ ਹੈ, ਔਰ ਮਿਨ ਟਰਮ ਹੁੰਦਾ ਸਮ ਆਫ ਪ੍ਰੋਡਕਟਸ। ਠੀਕ ਹੈ, ਅਤੇ ਇਹਦੇ ਵਿੱਚ ਨੋਰਮਲੀ ਹੁੰਦਾ ਕੀ ਹੈ ਕਿ ਸਮ ਆਫ ਪ੍ਰੋਡਕਟਸ ਮਤਲਬ ਤੁਹਾਡੇ ਕੋਲ ਸਮਥਿੰਗ ਇੱਦਾਂ ਦੀ ਕੋਈ ਚੀਜ਼ ਹੋਊਗੀ A + B A ਡੋਟ B ਡੋਟ C, ਕਿਉਂਕਿ ਇਹ ਪ੍ਰੋਡਕਟ ਹੋ ਗਿਆ ਇਹਨਾਂ ਦਾ ਸਮ, ਯਾਨੀ ਕਿ B C ਬਾਰ ਡੋਟ A। ਇਸ ਤਰ੍ਹਾਂ ਦੀ ਅਗਰ ਤੁਹਾਡੇ ਕੋਲ ਕੋਈ ਵੈਲਿਊਜ਼ ਬਣਦੀਆਂ, ਠੀਕ ਹੈ, ਅਤੇ ਉਹਨੂੰ ਆਪਾਂ ਕਹਿ ਦਿੰਦੇ ਹਾਂ ਸਮ ਆਫ ਪ੍ਰੋਡਕਟ, ਕਿਉਂਕਿ ਸੈਂਟਰ 'ਚ ਕੀ ਹੈ ਸਮ, ਔਰ ਸਮ ਕਿਹਨਾਂ ਦਾ ਕਰ ਰਹੇ ਆਪਾਂ ਪ੍ਰੋਡਕਟਸ ਦਾ ਕਰ ਰਹੇ ਹਾਂ। ਔਰ ਪ੍ਰੋਡਕਟ ਆਫ ਸਮ ਦੇ ਵਿੱਚ ਕੀ ਹੁੰਦਾ ਕਿ A + B + C। ਠੀਕ ਹੈ, A ਦਾ ਡੋਟ B ਡੋਟ C ਡੋਟ A ਬਾਰ, ਇਸ ਤਰ੍ਹਾਂ ਸਮਥਿੰਗ। ਠੀਕ ਹੈ, ਸੋ ਆਹ ਕੀ ਹੋ ਗਿਆ ਸਮ ਨੂੰ ਤੁਸੀਂ ਬ੍ਰੈਕਟਸ 'ਚ ਲਿਖਿਆ ਹੋਇਆ ਔਰ ਉਹਨਾਂ ਸਮ ਦਾ ਆਪਸ 'ਚ ਕੀ ਕਰ ਰਹੇ ਹੋ ਡੋਟ, ਇਸ ਕਰਕੇ ਇਹਨੂੰ ਪ੍ਰੋਡਕਟ ਆਫ ਸਮ ਕਹਿ ਦਿੰਦੇ। ਠੀਕ ਹੈ, ਮੈਂ ਫਰਦਰ ਡਿਟੇਲ 'ਚ ਨਹੀਂ ਜਾ ਰਿਹਾ ਕਿਉਂਕਿ ਮੈਂ ਤੁਹਾਨੂੰ ਉੱਥੇ ਹੀ ਐਕਸਪਲੇਨ ਕਰਾਂਗੀ ਸਾਰੀ ਚੀਜ਼ਾਂ ਜਿੱਥੇ ਤੁਹਾਨੂੰ ਇਹਦੀ ਲੋੜ ਹੋਊਗੀ। ਠੀਕ ਹੈ, ਫਿਲਹਾਲ ਸਰ ਮੈਂ ਤੁਹਾਨੂੰ ਮਾੜੀ ਮਾੜੀ ਟਰਮੀਨੋਲੋਜੀਜ਼ ਦੱਸ ਰਿਹਾ ਤਾਂ ਕਿ ਉਸ ਵੇਲੇ ਇਹ ਨਾ ਲੱਗੇ ਕਿ ਆਪਾਂ ਆਹ ਵਰਡਸ ਕਦੀ ਸੁਣੇ ਹੀ ਨਹੀਂ ਹੈ। ਸੋ ਮਿਨ ਟਰਮਸ ਮੈਕਸ ਟਰਮ ਦਾ ਵੀ ਇੱਕ ਟੌਪਿਕ ਹੁੰਦਾ ਇਹਦੇ ਵਿੱਚ, ਫੰਕਸ਼ਨਸ ਦਾ ਹੁੰਦਾ ਹੈ। ਠੀਕ ਹੈ, ਅਤੇ ਮਿਨ ਟਰਮ ਕਿਵੇਂ ਕੈਲਕੂਲੇਟ ਕਰਦੇ ਜਾਂ ਮੈਕਸ ਟਰਮ ਕਿਵੇਂ ਕੈਲਕੂਲੇਟ ਕਰਦੇ, ਇਹ ਜਦੋਂ ਲੋੜ ਪਊਗੀ ਆਪਾਂ ਉਦੋਂ ਹੀ ਕਰਕੇ ਮੈਂ ਤੁਹਾਨੂੰ ਦੱਸਾਂਗਾ। ਅਤੇ ਇਹਦੇ ਬਾਅਦ ਵਿੱਚ ਵੀ ਆਪਾਂ ਉਹਦਾ ਇੱਕ ਸਮੇਂ ਦਾ ਕਰ ਲਵਾਂਗੇ। ਠੀਕ ਹੈ, ਕਿਉਂਕਿ ਐਗਜ਼ਾਮ 'ਚ ਕਈ ਵਾਰੀ ਆ ਜਾਂਦਾ ਹੁੰਦਾ। ਉਸ ਤੋਂ ਇਲਾਵਾ ਇੱਕ ਲਾਸਟ 'ਚ ਹੁੰਦਾ ਇਹਦਾ ਕਾਰਨ ਆਫ ਮੈਪ। ਠੀਕ ਹੈ, ਇੱਕ ਲਾਸਟ 'ਚ ਹੁੰਦਾ ਇਹਦਾ ਕਾਰਨ ਆਫ ਮੈਪ। ਠੀਕ ਹੈ, ਇਹ ਵੀ ਪ੍ਰੋਡਕਟ ਆਫ ਸਮ ਜਾਂ ਸਮ ਆਫ ਪ੍ਰੋਡਕਟ ਕੱਢਣ ਦਾ ਹੀ ਇੱਕ ਤਰੀਕਾ ਹੁੰਦਾ ਹੈ। ਠੀਕ ਹੈ, ਇਹਦੀ ਡਿਟੇਲ ਵੀ ਆਪਾਂ ਬਾਅਦ ਵਿੱਚ ਸਟੱਡੀ ਕਰਾਂਗੇ। ਫਿਲਹਾਲ ਮੈਂ ਸਿਰਫ ਤੁਹਾਨੂੰ ਅੱਜ ਟਰਮੀਨੋਲੋਜੀਜ਼ ਦੱਸੀਆਂ ਵੀ ਆਪਾਂ ਕਿਹੜੀਆਂ ਯੂਜ਼ ਕਰਦੇ ਹਾਂ ਬੂਲੀਅਨ ਜ਼ੈਬਰਾ 'ਚ। ਬੇਸਿਕ ਆਪਾਂ ਸਟਾਰਟ ਕਰਾਂਗੇ ਐਂਡ, ਮਲਟੀਪਲਾਈ ਅਤੇ ਨੋਟ ਤੋਂ। ਠੀਕ ਹੈ, ਇਹਦੇ ਵਿੱਚ ਵੈਲਿਊਜ਼ ਦੋ ਤਰ੍ਹਾਂ ਦੀ ਹੁੰਦੀਆਂ 0 ਅਤੇ 1 ਦੇ ਵਿੱਚ। ਮੋਸਟਲੀ ਜਿਹੜਾ ਸਾਡਾ ਕੰਮ ਹੁੰਦਾ ਸੈਟ ਆਫ ਇਨਪੁਟਸ ਦਾ, ਕਿ ਆਪਾਂ ਇਨਪੁਟਸ ਕਿਵੇਂ ਕੈਲਕੂਲੇਟ ਕਰਨੀ ਹੈ। ਅਗਰ ਸਾਡੇ ਕੋਲ n ਇਨਪੁਟਸ ਹੈ ਤਾਂ ਉਹਦੇ ਕਿੰਨੇ ਕੰਬੀਨੇਸ਼ਨਸ ਬਣਨੇ ਆ। ਅਗਰ n ਦੀ ਵੈਲਿਊ 2 ਹੈ ਤਾਂ ਕਿੰਨੇ ਕੰਬੀਨੇਸ਼ਨ ਬਣਨੇ, ਅਗਰ 3 ਹੈ ਤਾਂ ਕਿੰਨੇ ਕੰਬੀਨੇਸ਼ਨ ਬਣਨੇ, ਉਹਨਾਂ ਨੂੰ ਲਿਖਣਾ ਕਿੰਨਾ, ਆਪਾਂ ਇਹ ਗੱਲ ਕੀਤੀ ਹੈ। ਉਸ ਦਾ ਟਰੁਥ ਟੇਬਲ ਹੈ ਇੱਕ ਇੰਪੋਰਟੈਂਟ ਹੁੰਦਾ ਹੈ। ਇਹਦੇ ਕੁਛ ਆਪਰੇਸ਼ਨਸ ਹੁੰਦੇ, ਆਪਰੇਸ਼ਨਸ ਤੁਹਾਨੂੰ ਤਾਂ ਲੋੜ ਪੈਣੀ ਹੈ ਅਗਰ ਬਾਈ ਚਾਂਸ ਇਹਦਾ ਐਗਜ਼ਾਮ ਦੇ ਵਿੱਚ ਕੁਐਸਚਨ ਆ ਗਿਆ ਕਿ ਸਿੰਪਲ ਇੱਕ ਕੋਈ ਤੁਹਾਨੂੰ ਵੈਲਿਊ ਦੇ ਦਿੱਤੀ ਹੈ, ਕੋਈ ਇੱਕ ਟਰਮ ਦੇ ਦਿੱਤੀ, ਉਹਨੂੰ ਕਹਿਤਾ ਵੀ ਇਹਨੂੰ ਹੁਣ ਸੋਲਵ ਕਰੋ, ਉਸ ਟਾਈਮ ਤੁਹਾਨੂੰ ਇਹਨਾਂ ਦੀ ਲੋੜ ਪੈਂਦੀ, ਅਦਰਵਾਈਜ਼ ਇਹਨਾਂ ਦੀ ਲੋੜ ਨਹੀਂ ਪੈਂਦੀ। ਉਸ ਤੋਂ ਫੰਕਸ਼ਨਸ ਦਾ ਇੱਕ ਹੁੰਦਾ ਹੈ ਟੌਪਿਕ ਕਿ ਅਗਰ ਤੁਹਾਡੇ ਕੋਲ n ਇਨਪੁਟਸ ਹੈ ਤਾਂ ਉਹਦਾ ਫੰਕਸ਼ਨ ਤੁਸੀਂ ਕਿਵੇਂ ਕੈਲਕੂਲੇਟ ਕਰੋਗੇ 2 ਰੇਜ਼ ਟੂ ਪਾਵਰ 2 ਦੀ ਪਾਵਰ n। ਦੈਨ ਮਿਨ ਟਰਮਸ ਐਂਡ ਮੈਕਸ ਟਰਮ ਦਾ ਇੱਕ ਕੰਸੈਪਟ ਹੈ। ਮਿਨ ਟਰਮ ਆਪਾਂ ਕਹਿੰਦੇ ਸਮ ਆਫ ਪ੍ਰੋਡਕਟ ਨੂੰ ਅਤੇ ਮੈਕਸ ਟਰਮ ਕਹਿੰਦੇ ਪ੍ਰੋਡਕਟ ਆਫ ਸਮ ਨੂੰ। ਠੀਕ ਹੈ, ਅਤੇ ਮਿਨ ਟਰਮ ਔਰ SOP ਨੂੰ ਹੀ ਫਰਦਰ ਇੱਕ ਕੈਲਕੂਲੇਟ ਕਰਨ ਦਾ ਤਰੀਕਾ ਜਿਹੜਾ ਹੈ ਉਹ ਕਾਰਨ ਆਫ ਮੈਪ ਦੇ ਥਰੂ ਵੀ ਹੁੰਦਾ ਹੈ। ਠੀਕ ਹੈ, ਇਹ ਥੋੜ੍ਹਾ ਸਿੰਪਲ ਹੁੰਦਾ ਹੈ। ਠੀਕ ਹੈ, ਕਰਨ ਲਈ। ਅਤੇ ਇਸ ਤੋਂ ਬਾਅਦ ਜਿਹੜਾ ਹੈ ਅਸੀਂ ਨੈਕਸਟ ਕਲਾਸ 'ਚ ਜਿਹੜਾ ਦੇਖਾਂਗੇ ਉਹ ਦੇਖਾਂਗੇ ਗੇਟਸ।